एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच अगम अगोचर सच साहिब मेरा नानक बोले बुलाया तेरा सतनाम श्री वाहिगुरु साहिब जी। गुजरी महला तीजा एको नाम निधान पंडित सुन सिख सच सोई दूजे भाए जेता पढ़ै पढ़त गुणत सदा दुख होई हर चरणी तो लाग रहो गुर शब्द सोझी होई हर रस रसना चाह तू तामन निर्मल होए रहाओ सतगुर मिलिया मन संतोखी है था फिर तृष्णा भूख न होए नाम दान पाया पर घर जाए न कोय कथनी बदनी जे करे मन मुख बूझ न होए गुरमति घट चानना हर नाम पावै सोए सुन शास्त्र तू न बुझही ता फिरे बारो बार सो मूर्ख जो आप न पछाणई सच न धरे प्यार सच्चै जगत डैकाया कहना कछु न जाए नानक जो तिस भावै सो करे ज्यों तिस की रजाए सच्चै जगत डैकाया कहना कछु न जाए नानक जो तिस भावै सो करे ज्यों तिस की रजाए। वाहिगुरु जी का खालसा वाहिगुरु जी की फतेह। गुरु रूप गुरु खालसा सत संगत जीओ सतगुरु जी की महराम सदका पावन बाणी की जो लड़ीवार कथा आपां नूं प्राप्त हो रही है तिस दे तहत गुजरी राग दे विच गुरु अमरदास महाराज जी का उचारण किया होया पावन शब्द पाठ आप जी ने सरवण किया है। ये पावन शब्द श्री गुरु ग्रंथ साहिब महाराज जी के पावन अंग 492 ते सुभाएमान है। इस पावन शब्द दे विच गुरु पातशाह जी ऐसे मनुख दे प्रथाए उपदेश कर रहे हैं जो धार्मिक ग्रंथां नूं पढ़न वाला है धार्मिक ग्रंथां नूं विचारण वाला है पढ़िया बहुत विचारिया बहुत पर अपने जीवन दे विच रंचक मात्र भी धारण नहीं किया। महाराज कहते भावें सारा धर्म का कर्म सी पर उसनूं जीवन विच कमाया नहीं है अपने जीवन विच लिआंदा नहीं। ऐसा मनुख भी अपना जीवन व्यर्थ गवा लैंदा है। ऐसे मनुख का जीवन भी व्यर्थ चलिया जाता है जो भावें धर्म के कर्म बहुत करता है पर उन्होंने अपने जीवन दे विच धारण नहीं किया। सो साहिब सच्चे पातशाह धन गुरु अमरदास महाराज जी जो उपदेश कर रहे हैं सतगुरु जी के अमृत बचनां नाल सांझ पाईए। गुजरी महला तीजा जो संगतां सहज पाठ करदियां हन ਉਹ ਸੰਗਤਾਂ ਇਹ ਬਚਨ ਨੋਟ ਕਰ ਲੈਣ
ਇੱਥੇ ਜਿਹੜਾ ਇਹ ਲਿਖਿਆ ਹੈ ਗੁਜਰੀ ਮਹੱਲਾ ਤੀਜਾ, ਇਹਦੇ ਨਾਲ ਅੱਗੇ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਵੀ ਲਿਖਿਆ ਹੈ ਤੀਜਾ, ਤੱਤੇ ਨੂੰ ਸਿਹਾਰੀ ਜੱਜੇ ਕੰਨਾ ਤੀਜਾ। ਗੁਜਰੀ ਮਹੱਲਾ ਤੀਜਾ ਪਹਿਲਾਂ 3 ਅੰਕ ਹੈ, ਨਾਲ ਤੀਜਾ ਲਿਖਿਆ ਹੈ। ਇਹ 2 ਵਾਰੀ ਨਹੀਂ ਬੋਲਣਾ। ਕਈ ਵਾਰ ਤੁਸੀਂ ਵੇਖਿਆ ਹੋਵੇਗਾ ਜਾਂ ਵੇਖੋਗੇ ਕਈ ਪਾਠੀ ਵੀ 2 ਵਾਰੀ ਬੋਲ ਜਾਂਦੇ ਹਨ। ਉੱਥੇ ਬੋਲਣਾ ਨਹੀਂ ਹੈ। ਜਾਂ ਕਿਤੇ ਇੱਦਾਂ ਵੀ ਆਉਂਦਾ ਹੈ ਮਹੱਲਾ ਚੌਥਾ ਨਾਲ 4 ਅੰਕ ਪਾ ਕੇ ਚੌਥਾ ਲਿਖਿਆ ਹੁੰਦਾ ਹੈ। ਮਹੱਲਾ ਪੰਜਵਾਂ ਨਾਲ 5 ਅੰਕ ਹੈ, ਨਾਲ 5ਵਾਂ ਲਿਖਿਆ ਹੁੰਦਾ ਹੈ ਗੁਰਮੁਖੀ ਦੇ ਵਿੱਚ। ਉੱਥੇ ਕੇਵਲ ਇੱਕੋ ਵਾਰੀ ਆਪਾਂ ਬੋਲਣਾ ਹੈ, ਨਾ ਕਿ 2 ਵਾਰੀ ਬੋਲਣਾ ਹੈ। ਕਈ ਜਿਨ੍ਹਾਂ ਨੇ ਸੰਥਿਆ ਨਹੀਂ ਲਈ ਹੁੰਦੀ ਉਹ ਫਿਰ ਬੋਲੀ ਜਾਂਦੇ ਨੇ। ਸੋ ਜਿਹੜੀਆਂ ਸੰਗਤਾਂ ਸਹਿਜ ਪਾਠ ਵੀ ਕਰਦੀਆਂ ਨੇ, ਇਸ ਤਰ੍ਹਾਂ ਦੇ ਕਈ ਬਚਨ ਵਿੱਚ ਆਉਂਦੇ ਨੇ, ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਗੁਜਰੀ ਮਹੱਲਾ ਤੀਜਾ, ਗੁਜਰੀ ਗੱਗੇ ਨੂੰ ਦਲੌਂਕਰ ਲੱਗੀ, ਇਹ ਵੀ ਥੋੜਾ ਜ਼ੋਰ ਦੇ ਕੇ ਬੋਲਣਾ ਹੈ। ਗੁਜਰੀ ਮਹੱਲਾ ਤੀਜਾ। ਏਕੋ ਨਾਮ ਨਿਧਾਨ ਪੰਡਤ ਸੁਣ ਸਿੱਖ ਸੱਚ ਸੋਈ। ਇੱਕ ਬਹੁਤ ਵਿਦਵਾਨ ਪੰਡਤ, ਜਿਸ ਨੂੰ ਬਹੁਤ ਵੇਦਾਂ ਦਾ ਸ਼ਾਸਤਰਾਂ ਦਾ ਗਿਆਨ ਹੈ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਇਆ ਤੇ ਆਪਣੀ ਵਿਦਵਤਾ ਘੋਟਣ ਲੱਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇੱਕ ਵਾਹਿਗੁਰੂ ਦਾ ਨਾਮ ਖਜ਼ਾਨਾ ਸਾਰੀਆਂ ਦੌਲਤਾਂ ਵਿਦਿਆ ਨਾਲੋਂ ਉੱਤਮ ਹੈ। ਜਿੰਨੇ ਵੀ ਦੁਨੀਆ ਦੇ ਖਜ਼ਾਨੇ ਨੇ, ਕਿਉਂਕਿ ਵਿਦਿਆ ਵੀ ਇੱਕ ਦੌਲਤ ਹੈ, ਖਜ਼ਾਨਾ ਹੈ। ਕਈ ਤਰ੍ਹਾਂ ਦੀ ਵਿਦਿਆ ਹੈ, ਕਈ ਤਰ੍ਹਾਂ ਦੀ ਦੌਲਤ ਹੈ ਵਿਦਿਆ ਦੀ। ਮਹਾਰਾਜ ਕਹਿੰਦੇ ਅਸਲ ਵਿੱਚ ਸਭ ਤੋਂ ਵੱਡਾ ਜਿਹੜਾ ਖਜ਼ਾਨਾ ਹੈ ਉਹ ਇੱਕੋ ਹੈ, ਵਾਹਿਗੁਰੂ ਦਾ ਨਾਮ। ਕਿਉਂਕਿ ਸਾਰਾ ਕੁਝ ਨਾਮ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ। ਜੇ ਕੋਈ ਮਨੁੱਖ ਨਾਮ ਜਪਣ ਲੱਗ ਜਾਵੇ, ਸਭ ਤਰ੍ਹਾਂ ਦੀ ਵਿਦਿਆ ਉਸ ਨੂੰ ਸਫੁਰ ਹੋ ਜਾਂਦੀ ਹੈ, ਸਭ ਤਰ੍ਹਾਂ ਦੀ ਵਿਦਿਆ ਉਸ ਨੂੰ ਆਉਣ ਲੱਗ ਜਾਂਦੀ ਹੈ। ਨਾਮ ਦੇ ਵਿੱਚੋਂ ਹੀ ਸਾਰਾ ਕੁਝ ਬਣਿਆ ਹੈ। ਇਸ ਕਰਕੇ ਗੁਰਮਤ ਦੇ ਵਿੱਚ ਜਿੱਥੇ ਸਾਨੂੰ ਦੁਨਿਆਵੀ ਵਿਦਿਆ ਪੜ੍ਹਨ ਦਾ ਹੁਕਮ ਹੈ, ਉੱਥੇ ਨਾਲ ਪਰਮੇਸ਼ਵਰ ਦਾ ਨਾਮ ਜਪਣਾ ਅਤ ਲਾਜ਼ਮੀ ਹੈ। ਅਜੇ ਦੁਨਿਆਵੀ ਵਿਦਿਆ ਵੱਲੋਂ ਕਮੀ ਰਹਿ ਜਾਵੇ ਭਾਵੇਂ, ਪਰ ਨਾਮ ਜਪਣ ਵਾਲੇ ਪਾਸੇ ਤੋਂ ਊਣਤਾਈ ਨਹੀਂ ਹੋਣੀ ਚਾਹੀਦੀ। ਮਹਾਰਾਜ ਕਹਿੰਦੇ, ਭਾਈ ਨਾਮ ਦਾ ਖਜ਼ਾਨਾ ਐਸਾ ਹੈ, ਹੇ ਪੰਡਤ ਸੱਚੀ ਸਿੱਖਿਆ ਸੁਣਨਾ ਕਰ ਕਿ ਸਭ ਤੋਂ ਵੱਡੀ ਦੌਲਤ ਖਜ਼ਾਨਾ ਵਾਹਿਗੁਰੂ ਦਾ ਨਾਮ ਹੈ। ਕੇਵਲ ਇੱਕੋ ਹੈ ਉਹ ਨਾਮ ਦਾ ਖਜ਼ਾਨਾ। ਇਸ ਕਰਕੇ ਜਿੱਥੇ ਆਪਾਂ ਦੁਨਿਆਵੀ ਤੌਰ ਤੇ ਕੋਈ ਇਲਮ ਹਾਸਲ ਕਰਨਾ ਹੈ, ਵਿਦਿਆ ਪੜ੍ਹਨੀ ਹੈ ਜਾਂ ਧਾਰਮਿਕ ਤੌਰ ਤੇ, ਉੱਥੇ ਨਾਮ ਜਪਣਾ ਬਹੁਤ ਲਾਜ਼ਮੀ ਹੈ। ਦੂਜੇ ਭਾਏ ਜੇਤਾ ਪੜ੍ਹੈ, ਪੜ੍ਹਤ ਗੁਣਤ ਸਦਾ ਦੁਖ ਹੋਈ। ਹੁਣ ਇੱਕ ਮਨੁੱਖ ਜੇਕਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ, ਬਹੁਤ ਪੜ੍ਹਦਾ ਹੈ, ਪਰ ਉਹ ਕਾਹਦੇ ਵਾਸਤੇ ਪੜ੍ਹ ਰਿਹਾ ਹੈ? ਕੇਵਲ ਮਾਇਆ ਦੇ ਵਾਸਤੇ, ਕੇਵਲ ਪਦਾਰਥ ਦੇ ਵਾਸਤੇ, ਦੂਜੇ ਪ੍ਰੇਮ ਦੇ ਵਿੱਚ, ਭਾਵ ਮਾਇਆ ਦੇ ਪ੍ਰੇਮ ਵਿੱਚ ਪੜ੍ਹ ਰਿਹਾ ਹੈ। ਦੂਜੇ ਭਾਏ ਜੇਤਾ ਪੜ੍ਹੈ, ਦੂਜੇ ਪ੍ਰੇਮ ਦੇ ਵਿੱਚ, ਦੂਜੀ ਕੌਣ ਹੈ? ਮਾਇਆ। ਮਾਇਆ ਦੇ ਪ੍ਰੇਮ ਵਿੱਚ ਜਿੰਨਾ ਮਾਇਆ ਦੇ ਵਾਸਤੇ, ਪਦਾਰਥ ਵਾਸਤੇ ਪੜ੍ਹਦਾ ਹੈ, ਜਿੰਨਾ ਜ਼ਿਆਦਾ ਉਹ ਪੜ੍ਹੇਗਾ, ਜੇਤਾ ਪੜ੍ਹੈ ਪੜ੍ਹਤ ਗੁਣਤ ਸਦਾ ਦੁਖ ਹੋਈ, ਸਗੋਂ ਹੋਰ ਦੁਖੀ ਹੋਵੇਗਾ, ਹੋਰ ਕਲੇਸ਼ ਵਿੱਚ ਪੈ ਜਾਵੇਗਾ। ਕਿਉਂਕਿ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਕਾਰਥ ਜਾਈ। ਵਿਦਿਆ ਤਾਂ ਮਿਲੀ ਸੀ ਆਪਣੇ ਜੀਵਨ ਨੂੰ ਰੁਸ਼ਨਾਉਣ ਵਾਸਤੇ, ਪਰ ਇਹ ਵਿਦਿਆ ਨੂੰ ਕੇਵਲ ਪੈਸੇ ਵਾਸਤੇ ਵਰਤ ਰਿਹਾ ਹੈ। ਅੱਜ ਆਪਾਂ ਵੇਖਦੇ ਹਾਂ
ਸੰਸਾਰ ਦੇ ਵਿੱਚ ਕਥਾ ਵਿਕਦੀ ਹੈ, ਕੀਰਤਨ ਵਿਕਦਾ ਹੈ, ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ। ਦੋਵੇਂ ਪਾਸਿਆਂ ਤੋਂ ਉਹ ਕਹਿੰਦੇ ਨੇ ਅਸੀਂ ਖਰੀਦਣਾ ਹੈ, ਅਸੀਂ ਵੀ ਕਮਾਣਾ ਨਹੀਂ ਹੈ, ਤੇ ਵੇਚਣ ਵਾਲਾ ਵੀ ਕਹਿੰਦਾ ਮੈਂ ਵੀ ਵੇਚਣੀ ਹੈ, ਮੈਨੂੰ ਕੀ ਲੋੜ ਪਈ, ਤੁਸੀਂ ਕਮਾਓ ਜਾਂ ਨਾ ਕਮਾਓ। ਕਿਉਂਕਿ ਪ੍ਰਯੋਜਨ ਕੇਵਲ ਪਦਾਰਥ ਤੱਕ ਰਹਿ ਗਿਆ, ਕੇਵਲ ਪਦਾਰਥ ਤੱਕ ਰਹਿ ਗਿਆ। ਹੁਣ ਆਪਾਂ ਜਦੋਂ ਕਿਸੇ ਨਾਮਵਾਰ ਕਥਾਵਾਚਕ ਨੂੰ ਸੱਦਦੇ ਹਾਂ, ਉਹਦਾ ਭਾਵ ਕੀ ਹੁੰਦਾ ਹੈ? ਕੰਨ ਰਸ ਤੱਕ ਹੁੰਦਾ ਹੈ, ਹੋਰ ਕੋਈ ਉਹਨਾਂ ਨੂੰ ਸੁਣ ਕੇ ਕਿਸੇ ਨੇ ਅੰਮ੍ਰਿਤ ਨਹੀਂ ਛਕ ਲੈਣਾ ਜਾਂ ਕਿਸੇ ਨੇ ਗੁਰਬਾਣੀ ਦੀ ਸੰਥਿਆ ਨਹੀਂ ਲੈਣ ਲੱਗ ਜਾਣਾ। ਤੇ ਫਿਰ ਉਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਜਿੰਨਾ ਕੋਈ ਮਰਜ਼ੀ ਪੜ੍ਹੀ ਸੁਣੀ ਜਾਵੇ, ਇਹਦੇ ਵਿੱਚੋਂ ਤੁਹਾਡਾ ਦੁੱਖ ਨਹੀਂ ਮਿਟੇਗਾ। ਅੱਜ ਇੰਨਾ ਆਪਾਂ ਵੇਖਦੇ ਹਾਂ, ਪ੍ਰਚਾਰ ਹੋਣ ਦੇ ਬਾਵਜੂਦ ਵੀ ਮਨੁੱਖ ਫਿਰ ਵੀ ਦੁਖੀ ਹੈ, ਭਾਵੇਂ ਕਹਿਣ ਵਾਲਾ ਹੈ ਭਾਵੇਂ ਸੁਣਨ ਵਾਲਾ ਹੈ। ਕਾਰਨ ਵੀ ਅਸੀਂ ਇੱਕ ਕੰਨ ਰਸ ਤੱਕ ਸੀਮਤ ਰਹਿ ਗਏ। ਤੋ ਸੁਣਾਉਣ ਵਾਲੇ ਨੂੰ ਵੀ ਇਹ ਹੁੰਦਾ ਵੀ ਮੈਂ ਸੁਣਾਉਣਾ ਹੈ, ਚਲੋ ਉਸ ਤਰ੍ਹਾਂ ਦੀਆਂ ਗੱਲਾਂ ਵੱਧ ਤੋਂ ਵੱਧ ਹੋਰ ਯਾਦ ਕਰ ਲਈਆਂ ਜਾਣ। ਤੋ ਮਹਾਰਾਜ ਕਹਿੰਦੇ ਜਿਸ ਵਾਸਤੇ ਵਿਦਿਆ ਬਣੀ ਸੀ, ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਵਿਦਿਆ ਦੇ ਦੋ ਪੱਖ ਨੇ, ਭਾਵੇਂ ਦੁਨਿਆਵੀ ਵਿਦਿਆ ਹੈ ਭਾਵੇਂ ਧਰਮ ਦੀ ਵਿਦਿਆ ਹੈ, ਦੋ ਪੱਖ ਨੇ। ਇੱਕ ਪੱਖ ਜਿਹੜਾ ਹੈ ਦੁੱਖ ਦਾ ਹੈ, ਇੱਕ ਪੱਖ ਜਿਹੜਾ ਸੁੱਖ ਦਾ ਹੈ। ਇੱਕ ਪੱਖ ਹਨੇਰੇ ਦਾ, ਇੱਕ ਪੱਖ ਚਾਨਣ ਦਾ ਹੈ। ਦੁਨਿਆਵੀ ਵਿਦਿਆ ਤੁਸੀਂ ਵੇਖੋ, ਮਨੁੱਖ ਪੜ੍ਹ ਕੇ ਅੱਜ ਕਿੰਨਾ ਸੁਖੀ ਹੋਣ ਬਾਬਤ ਇਹਨੇ ਸਾਧਨ ਖੋਜੇ ਸੀ, ਹੌਸਪੀਟਲ ਆ ਗਏ, ਕਿੰਨਾ ਕੁਝ ਆ ਗਿਆ, ਬੜਾ ਕੁਝ ਆ ਗਿਆ, ਪਰ ਮਨੁੱਖ ਜ਼ਿਆਦਾ ਦੁਖੀ ਹੋ ਗਿਆ, ਰੋਗੀ ਜ਼ਿਆਦਾ ਹੋ ਗਿਆ। ਕਾਰਨ ਕਿ ਮਨੁੱਖ ਨੇ ਵਿਦਿਆ ਨੂੰ ਗਲਤ ਵਰਤਣਾ ਸ਼ੁਰੂ ਕਰ ਦਿੱਤਾ। ਉਸ ਮਨੁੱਖ ਨੇ ਵਿਦਿਆ ਤੋਂ ਆਪਣਾ ਜੀਵਨ ਦਾ ਰਾਹ ਸਹੀ ਬਣਾਉਣਾ ਸੀ, ਪਰ ਵਿਦਿਆ ਪੜ੍ਹ ਕੇ ਜ਼ਿਆਦਾ ਹੰਕਾਰੀ ਹੋ ਗਿਆ ਤੇ ਉਹ ਵਿਦਿਆ ਨੂੰ ਵੇਚਣ ਲੱਗ ਪਏ। ਪਹਿਲਾਂ ਵੇਖੋ ਐਸਾ ਕਰਮ ਨਹੀਂ ਹੁੰਦਾ ਸੀ, ਤਾਂ ਇਸੇ ਤਰ੍ਹਾਂ ਉਹੀ ਵਿਦਿਆ ਮਨੁੱਖ ਵਾਸਤੇ ਦੁਖਦਾਇਕ ਹੋ ਗਈ। ਪਰ ਇਸੇ ਤਰ੍ਹਾਂ ਧਰਮ ਦੇ ਕਰਮ ਹਨ, ਧਰਮ ਦੀ ਵਿਦਿਆ ਹੈ। ਮਨੁੱਖ ਨੇ ਧਰਮ ਨੂੰ ਪੜ੍ਹ ਕੇ ਕੋਈ ਅੰਦਰ ਦੀ ਸੋਝੀ ਲੈਣੀ ਸੀ, ਪਰ ਇਹ ਤਾਂ ਹੋਰ ਹੰਕਾਰੀ ਹੋ ਗਿਆ। ਤੋਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਵੀ ਇਸ ਤਰ੍ਹਾਂ ਮਨੁੱਖ ਜੇਕਰ ਜਿੰਨਾ ਮਰਜ਼ੀ ਪੜ੍ਹੀ ਜਾਵੇ ਸਗੋਂ ਜ਼ਿਆਦਾ ਦੁਖੀ ਹੋਵੇਗਾ। ਹਰ ਚਰਣੀ ਤੂੰ ਲਾਗਰੋ ਗੁਰ ਸ਼ਬਦ ਸੋਝੀ ਹੋਈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਜਾਵੋ ਭਾਈ, ਪਰ ਇਹ ਸੋਝੀ ਕਿਵੇਂ ਹੁੰਦੀ ਹੈ? ਗੁਰੂ ਦੇ ਸ਼ਬਦ ਦੁਆਰਾ। ਜੇ ਰੱਬ ਨਾਲ ਜੁੜਨਾ ਹੈ ਤੇ ਪਹਿਲਾਂ ਇੱਕ ਕੰਮ ਕਰਨਾ ਪਵੇਗਾ, ਸਾਨੂੰ ਗੁਰੂ ਦੀ ਗੱਲ ਮੰਨਣੀ ਪਵੇਗੀ। ਜੋ ਗੁਰੂ ਕਹਿੰਦਾ ਹੈ ਉਹ ਬਚਨ ਮੰਨਣੇ ਪੈਣਗੇ। ਗੁਰੂ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ। ਅੱਜ ਆਪਾਂ ਵੇਖਦੇ ਹਾਂ, ਤੁਸੀਂ ਵੇਖੋ ਗੁਰਦੁਆਰੇ ਖਾਲੀ ਪਏ ਨੇ। ਅੰਮ੍ਰਿਤ ਵੇਲੇ ਜਿਹੜੇ ਸਾਡੇ ਸਿੱਖ ਨੇ ਉਹ ਤਾਂ ਸੁੱਤੇ ਹੁੰਦੇ ਨੇ ਘਰਾਂ ਦੇ ਵਿੱਚ। ਅਸੀਂ ਆਉਣਾ 9-10 ਵਜੇ ਗੁਰਦੁਆਰੇ ਮੱਥਾ ਟੇਕਣ, ਸਿੱਖ ਦਾ ਅੰਮ੍ਰਿਤ ਵੇਲੇ ਕਿੱਥੇ ਚਲੇ ਗਿਆ। ਫਿਰ ਕਹਿੰਦੇ ਆ ਵੀ ਸਾਡਾ ਦੁੱਖ ਨਹੀਂ ਮਿਟਦਾ ਕਿਉਂਕਿ ਅਸੀਂ ਗੁਰੂ ਦਾ ਬਚਨ ਨਹੀਂ ਮੰਨ ਲਏ। ਭਾਈ ਮਰਦਾਨਾ ਜੀ ਦੇ ਨਾਲ ਮਹਾਰਾਜ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ 3 ਬਚਨ ਕੀਤੇ। ਇੱਕ ਤਾਂ ਜਦੋਂ ਇੱਥੋਂ ਜਾਣਾ ਸੀ, ਮਹਾਰਾਜ ਨੇ ਸੰਸਾਰ ਭਰ ਦਾ ਉਧਾਰ ਕਰਨ ਵਾਸਤੇ ਉਦਾਸੀਆਂ ਆਰੰਭ ਕਰਨੀਆਂ ਸੀ, ਭਾਈ ਮਰਦਾਨੇ ਨੂੰ ਨਾਲ ਲਿਆ ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ 3 ਵਚਨ ਸਦਾ ਸਾਂਭ ਕੇ ਰੱਖਣੇ। ਇੱਕ ਤਾਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਇੱਕ ਅੰਮ੍ਰਿਤ ਵੇਲਾ ਨਹੀਂ ਖਿਜਾਣਾ ਕਦੇ ਵੀ, ਕੁਝ ਵੀ ਹੋਵੇ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਹੈ। ਤੇ ਆਪਾਂ ਇਤਿਹਾਸ ਪੜ੍ਹਦੇ ਹਾਂ, ਜਦੋਂ ਮਹਾਰਾਜ ਦਸਮ ਪਾਤਸ਼ਾਹ ਜੀ ਸਰਸਾ ਨਦੀ ਤੇ ਆਏ, ਵੇਖੋ ਜੰਗ ਹੋ ਰਿਹਾ ਹੈ, ਫੌਜ ਪਿੱਛੇ ਲੱਗੀ ਹੋਈ ਹੈ ਲੱਖਾਂ ਦੀ ਤਾਦਾਦ ਦੇ ਵਿੱਚ, ਔਰ ਫਿਰ ਵੀ ਵੇਖੋ ਮਹਾਰਾਜ ਉੱਥੇ ਅੰਮ੍ਰਿਤ ਵੇਲਾ ਹੋ ਜਾਂਦਾ ਹੈ।
ਤੇ ਭਾਈ ਦਇਆ ਸਿੰਘ ਨੂੰ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ ਵੀ ਕੀ ਸਮਾਂ ਹੋ ਗਿਆ? ਕਹਿੰਦੇ ਮਹਾਰਾਜ ਅੰਮ੍ਰਿਤ ਵੇਲਾ ਪੈਰ ਸ਼ੁਰੂ ਹੋ ਗਿਆ ਹੈ। ਮਹਾਰਾਜ ਕਹਿੰਦੇ ਇਸ ਸਮੇਂ ਆਪਾਂ ਕੀ ਕਰਦੇ? ਮਹਾਰਾਜ ਆਸਾ ਕੀ ਵਾਰ ਦਾ ਕੀਰਤਨ। ਮਹਾਰਾਜ ਕਹਿੰਦੇ ਫਿਰ ਸਜਾਓ ਦੀਵਾਨ ਇੱਥੇ। ਤੋ ਉੱਥੇ ਦੇਖੋ ਪਿੱਛੇ ਫੌਜ ਚੜ੍ਹੀ ਹੋਈ ਹੈ, ਜੰਗ ਹੋ ਰਿਹਾ ਹੈ। ਬਾਬਾ ਅਜੀਤ ਸਿੰਘ, ਭਾਈ ਉਦੇ ਸਿੰਘ, ਹੋਰ ਬਹੁਤ ਸਾਰੇ ਸਿੰਘ ਉਹ ਫੌਜ ਨੂੰ ਪਿੱਛੇ ਰੋਕੀ ਬੈਠੇ ਨੇ, ਜੰਗ ਕਰ ਰਹੇ ਨੇ। ਔਰ ਮਹਾਰਾਜ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਨੇ, ਜੰਗ ਹੋ ਰਿਹਾ ਹੈ। ਹੁਣ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਬਿਪਤਾ ਤਾਂ ਨਹੀਂ ਪਈ, ਕੋਈ ਇਸ ਤਰ੍ਹਾਂ ਦਾ ਕੋਈ ਦੁੱਖ ਤਾਂ ਨਹੀਂ ਹੈ। ਆਪਾਂ ਫਿਰ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਨੂੰ ਤਿਆਰ ਨਹੀਂ ਹਾਂ। ਅੰਮ੍ਰਿਤ ਵੇਲੇ ਨੂੰ ਜਦੋਂ ਆਪਾਂ ਸੰਭਾਲਣ ਲੱਗ ਜਾਵਾਂਗੇ ਨਾ, ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਪਿਛਲ ਰਾਤੀ ਸਦੜਾ ਨਾਮ ਖਸਮ ਕਾ ਲੇ, ਖੇਮੇ ਛਤਰ ਸਰਾਇਚੇ ਦਿਸਣ ਰਥ ਪੀੜੇ। ਜਿਹੜਾ ਅੰਮ੍ਰਿਤ ਵੇਲੇ ਨਾਮ ਜਪੇਗਾ ਉੱਠ ਕੇ, ਉਹਦੇ ਘਰ ਵਿੱਚ ਬਰਕਤਾਂ ਆਉਣ ਲੱਗ ਜਾਣਗੀਆਂ। ਵਧੀਆ ਵਧੀਆ ਖੇਮੇ ਭਾਵ ਵਧੀਆ ਤੋਂ ਵਧੀਆ ਬਸਤਰ, ਵਧੀਆ ਰੌਣਕਾਂ ਘਰ ਦੇ ਵਿੱਚ ਹਰ ਸਮੇਂ ਆਨੰਦ ਦਾ ਮਾਹੌਲ ਬਣ ਜਾਵੇਗਾ। ਪਦਾਰਥਾਂ ਦੀ ਕੋਈ ਕਮੀ ਨਹੀਂ ਰਹੇਗੀ, ਕਿਉਂਕਿ ਹਰ ਇੱਕ ਚੀਜ਼ ਦਾ ਨਾ ਸਮਾਂ ਹੁੰਦਾ ਹੈ। ਅੰਮ੍ਰਿਤ ਵੇਲਾ ਸਭ ਨਾਲੋਂ ਉੱਤਮ ਆਖਿਆ ਗਿਆ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਪਹਿਲੇ ਪਹਿਲੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਅੰਮ੍ਰਿਤ ਵੇਲੇ ਦੀਆਂ ਭਾਰੀ ਬਰਕਤਾਂ ਬਾਣੀ ਦੇ ਵਿੱਚ ਦੱਸੀਆਂ ਨੇ। ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਗੁਰੂ ਦਾ ਸ਼ਬਦ ਜਦੋਂ ਤੁਸੀਂ ਮੰਨੋਗੇ, ਗੁਰੂ ਦਾ ਹੁਕਮ ਮੰਨੋਗੇ, ਗੁਰੂ ਦੇ ਸ਼ਬਦ ਨਾਲ ਜੁੜੋਗੇ, ਤਾਂ ਫਿਰ ਤੁਹਾਡੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਲੱਗ ਜਾਵੇਗੀ। ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਕਰੋ। ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ ਰਹਾਓ। ਹੇ ਪੰਡਤ, ਇਸ ਰਸਨਾ ਨਾਲ ਵਾਹਿਗੁਰੂ ਦੇ ਰਸ ਨੂੰ ਚਖਣਾ ਕਰ। ਵੇਖੋ, ਭਾਵੇਂ ਵਾਹਿਗੁਰੂ ਪਰਮਾਤਮਾ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਪਰ ਫਿਰ ਵੀ ਸਾਡੇ ਮਨ ਤੇ ਜੋ ਕੁਝ ਹੁੰਦਾ ਹੈ ਉਹਦਾ ਅਸਰ ਸਾਡੇ ਇੰਦਰੀਆਂ ਤੇ ਦਿਖਾਈ ਦਿੰਦਾ ਹੈ। ਇੰਦਰੀਆਂ ਦੀ ਪਕੜ ਵਿੱਚ ਨਹੀਂ ਆਉਂਦਾ, ਪਰ ਇੰਦਰੀਆਂ ਨੂੰ ਉਸ ਨਾਮ ਦਾ ਰਸ ਜ਼ਰੂਰ ਆਉਣ ਲੱਗ ਜਾਂਦਾ ਹੈ। ਪਕੜ ਨਹੀਂ ਕਰ ਸਕਦੇ ਇੰਦਰੇ, ਜਿਵੇਂ ਸਾਡੀ ਰਸਨਾ ਪਕੜ ਕਰ ਲੈਂਦੀ ਹੈ ਕਿਸੇ ਪਦਾਰਥ ਦਾ ਰਸ, ਤੇ ਆਪਾਂ ਦੱਸ ਸਕਦੇ ਹਾਂ ਵੀ ਇਹਦੇ ਵਿੱਚ ਇੰਨਾ ਕੁ ਸਵਾਦ ਹੈ। ਬਹੁਤਾ ਸਵਾਦ ਨਹੀਂ। ਆਪਾਂ ਕਈ ਵਾਰ ਕੋਈ ਚੀਜ਼ ਖਾਈਏ ਨਾ, ਆਪਾਂ ਕਹਿ ਦਿੰਦੇ ਹਾਂ ਇਸ ਪਦਾਰਥ ਵਿੱਚ ਇੰਨਾ ਕੁ ਸਵਾਦ ਹੈ, ਬਾਹਲਾ ਮਿੱਠਾ ਨਹੀਂ ਹੈ, ਬਾਹਲਾ ਸਵਾਦ ਨਹੀਂ ਹੈ। ਵਾਹਿਗੁਰੂ ਦੇ ਨਾਮ ਦਾ ਰਸ ਸਵਾਦ ਸਾਨੂੰ ਆਵੇਗਾ, ਪਰ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕਿੰਨਾ ਕੁ ਹੈ। ਉਹ ਜਿੰਨਾ ਕੋਈ ਜਪੀ ਜਾਵੇ, ਜਦੋਂ ਰਸਨਾ ਨੂੰ ਰਸ ਆ ਗਿਆ, ਤੇ ਮਹਾਰਾਜ ਸੋਹਣੀ ਸਾਹਿਬ ਵਿੱਚ ਕਹਿੰਦੇ ਨੇ, ਐਸਾ ਮਨੁੱਖ ਸਾਧੂ ਹੁੰਦਾ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਉਹਦੀ ਰਸਨਾ ਤੇ ਵਾਹਿਗੁਰੂ ਦਾ ਵਾਸਾ ਹੋ ਗਿਆ ਹੈ, ਉਹਦੀ ਰਸਨਾ ਤੇ ਸੱਚ ਆ ਗਿਆ ਹੈ, ਉਹਦੀ ਰਸਨਾ ਨੂੰ ਸਵਾਦ ਆ ਗਿਆ ਨਾਮ ਦਾ। ਜਦੋਂ ਸਾਡੀ ਰਸਨਾ ਨੂੰ ਸਵਾਦ ਆਉਣ ਲੱਗ ਪਿਆ, ਮਹਾਰਾਜ ਕਹਿੰਦੇ ਮਨ ਨਿਰਮਲ ਹੋ ਜਾਂਦਾ ਹੈ। ਉਸ ਤੋਂ ਪਹਿਲਾਂ ਮਨ ਨਿਰਮਲ ਨਹੀਂ ਹੁੰਦਾ, ਕਿਉਂਕਿ ਮਨ ਇਹਨਾਂ ਇੰਦਰੀਆਂ ਦੁਆਰਾ ਹੀ ਸੰਸਾਰ ਦਾ ਰਸ ਵੀ ਲੈਂਦਾ ਹੈ, ਔਰ ਇਹਨਾਂ ਇੰਦਰੀਆਂ ਦੁਆਰਾ ਹੀ ਮਨ ਨੂੰ ਨਿਰੰਕਾਰ ਦਾ ਰਸ ਵੀ ਆਵੇਗਾ। ਤੋ ਪਾਤਸ਼ਾਹ ਫਰਮਾਨ ਕਰ ਰਹੇ ਨੇ, ਵਿਸ਼ਰਾਮ ਦੇ ਕੇ, ਸਤਿਗੁਰ ਮਿਲੇ ਹੈ ਮਨ ਸੰਤੋਖੀ ਹੈ, ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ। ਜਦੋਂ ਕੋਈ ਅੰਦਰੋਂ ਸਤਿਗੁਰੂ ਨੂੰ ਮਿਲ ਜਾਂਦਾ ਹੈ, ਜਦੋਂ ਕਿਸੇ ਦੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੀ ਹੈ, ਤਾਂ ਮਨ ਸੰਤੋਖਿਆ ਜਾਂਦਾ ਹੈ, ਮਨ ਦੀਆਂ ਭੁੱਖਾਂ ਮਿਟ ਜਾਂਦੀਆਂ ਨੇ। ਫਿਰ ਮਨ ਨੂੰ ਮੁੜ ਕੇ ਵਿਸ਼ੇ ਵਿਕਾਰਾਂ ਦੇ ਪਦਾਰਥਾਂ ਦੀ, ਭੋਗਾਂ ਦੀ ਭੁੱਖ ਜਿਹੜੀ ਹੈ ਉਹ ਨਹੀਂ ਲੱਗਦੀ। ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ। ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਮਿਲ ਗਿਆ, ਉਹ ਫਿਰ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ, ਕਿਸੇ ਹੋਰ ਦੀ ਮੰਨਤ ਨਹੀਂ ਕਰਦੇ। ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ।
ਜਦੋਂ ਤੱਕ ਮਨੁੱਖ ਕੰਗਾਲ ਹੈ, ਭਿਖਾਰੀ ਹੈ, ਮੰਗਦਾ ਫਿਰਦਾ ਨਾ ਦਰ ਦਰ ਤੇ, ਕਦੇ ਕਿਸੇ ਦੀ ਮਿਹਨਤ ਕਰਦਾ ਵੀ ਮੈਨੂੰ ਕੁਝ ਦੇ ਦਿਓ, ਕਦੇ ਕਿਸੇ ਨੂੰ। ਜਦੋਂ ਘਰ ਵਿੱਚ ਬਹੁਤ ਦੌਲਤ ਆ ਜਾਵੇ ਫਿਰ ਇਹ ਮੰਗਦਾ ਨਹੀਂ, ਫਿਰ ਇਹ ਦਾਤਾ ਬਣ ਜਾਂਦਾ, ਫਿਰ ਲੋਕਾਂ ਨੂੰ ਦੇਣ ਲੱਗ ਜਾਂਦਾ ਹੈ। ਪਰ ਜਦੋਂ ਤੱਕ ਕੁਝ ਪੱਲੇ ਨਹੀਂ ਫਿਰ ਥਾਂ ਥਾਂ ਤੇ ਮੰਗਦਾ, ਕਦੇ ਕਿਸੇ ਘਰ ਕਦੇ ਕਿਸੇ ਘਰ। ਇਸੇ ਤਰ੍ਹਾਂ ਮਨੁੱਖ ਜਦੋਂ ਤੱਕ ਨਾਮ ਨਾਲ ਨਹੀਂ ਜੁੜਦਾ ਇਹ ਕਦੇ ਕਿਸੇ ਜੂਨੀ ਵਿੱਚ ਭਟਕਦਾ ਹੈ, ਕਦੇ ਕਿਸੇ ਜੂਨੀ ਵਿੱਚ ਭਟਕਦਾ ਹੈ, ਜੂਨੀਆਂ ਦੇ ਆਵਾਗਾਉਣ ਵਿੱਚ ਪਿਆ ਰਹਿੰਦਾ ਹੈ। ਤੋਂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਮਿਲ ਗਿਆ ਉਹਨਾਂ ਦੀ ਭਟਕਣਾ ਖਤਮ ਹੋ ਗਈ। ਉਹ ਕਿਸੇ ਹੋਰ ਮੜੀ ਮੱਟੀ ਕਬਰ ਦੀ ਪੂਜਾ ਵੀ ਨਹੀਂ ਕਰਦੇ। ਕਥਨੀ ਬਦਨੀ ਜੇ ਕਰੈ ਮਨ ਮੁਖ ਬੂਝ ਨਾ ਹੋਏ। ਕਥਨ ਬੜਾ ਕਰੇ, ਬਿਆਨ ਬੜਾ ਕਰੇ, ਪਰ ਉਹਨੂੰ ਆਪਣੇ ਜੀਵਨ ਵਿੱਚ ਨਾ ਧਾਰਨ ਕਰੇ। ਇੱਦਾਂ ਸਿੱਧੇ ਰੂਪ ਵਿੱਚ ਕਹਿ ਦਈਏ ਵੀ ਆਪਾਂ ਲੋਕਾਂ ਨੂੰ ਕਹੀਏ ਤੁਸੀਂ ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਿਆ ਕਰੋ, ਆਪਾਂ ਅੰਮ੍ਰਿਤ ਵੇਲੇ ਘਰਾੜੇ ਮਾਰੀ ਜਾਈਏ, ਆਪਾਂ ਉੱਠੀਏ ਨਾ, ਤਾਂ ਐਸੇ ਕਹਿਣ ਵਾਲੇ ਨੂੰ ਗੁਰੂ ਮਹਾਰਾਜ ਮਨਮੁਖ ਕਹਿੰਦੇ ਨੇ ਵੀ ਆਪ ਤਾਂ ਕਮਾਉਂਦਾ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਨੇ ਨਾ, ਕਬੀਰ ਅਵਰੈ ਕੋ ਉਪਦੇਸ ਮੈਂ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਦੇ ਖਾਇਆ ਘਰ ਕਾ ਖੇਤ। ਦੂਜਿਆਂ ਨੂੰ ਕਹੀ ਗਿਆ, ਆਪ ਬਾਣੀ ਪੜ੍ਹਦਾ ਨਹੀਂ ਹੈ। ਦੂਜਿਆਂ ਨੂੰ ਕਹਿੰਦਾ ਬਾਣੀ ਕੰਠ ਕਰੋ, ਆਪ ਨੂੰ ਇੱਕ ਸ਼ਬਦ ਵੀ ਨਹੀਂ ਕੰਠ ਹੈ। ਕਥਨੀ ਬਦਨੀ ਜੇ ਕਰੇ, ਜਿੰਨਾ ਮਰਜੀ ਮਹਾਰਾਜ ਕਹਿੰਦੇ ਬਿਆਨਬਾਜ਼ੀ ਕਰੀ ਜਾਵੇ, ਮਨਮੁਖ ਬੂਝ ਨਾ ਹੋਏ। ਪਰ ਮਨਮੁਖ ਨੂੰ ਆਪ ਉਹਦੀ ਸਮਝ ਨਹੀਂ ਹੁੰਦੀ, ਭਾਵ ਆਪ ਉਹਦਾ ਅਨੁਭਵ ਨਹੀਂ ਹੁੰਦਾ। ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਾਂਗੇ ਨਾ ਸਾਨੂੰ ਉਹਦਾ ਅਨੁਭਵ ਹੋਵੇਗਾ। ਉਸ ਅਨੁਭਵ ਦੇ ਦੁਆਰਾ ਹੀ ਦੂਜੇ ਤੇ ਅਸਰ ਹੁੰਦਾ ਹੈ। ਤੋ ਮਹਾਰਾਜ ਕਹਿੰਦੇ ਗੁਰਮਤੀ ਘਟ ਚਾਨਣਾ ਅਰ ਨਾਮ ਪਾਵੈ ਸੋਏ। ਗੁਰੂ ਦੀ ਮੱਤ ਜਿਨ੍ਹਾਂ ਨੇ ਲੈ ਲਈ ਉਹਨਾਂ ਦੇ ਹਿਰਦੇ ਵਿੱਚ ਚਾਨਣ ਹੋ ਗਿਆ, ਗੁਰੂ ਦੇ ਸ਼ਬਦ ਦੁਆਰਾ ਪ੍ਰਕਾਸ਼ ਹੋ ਗਿਆ, ਉਹਨਾਂ ਨੂੰ ਸੋਝੀ ਆ ਗਈ। ਉਹਨਾਂ ਨੂੰ ਫਿਰ ਨਾਮ ਦਾ ਖਜ਼ਾਨਾ ਮਿਲਦਾ ਹੈ। ਨਾਮ ਦੀ ਦੌਲਤ ਉਹੀ ਪਾ ਸਕਦਾ ਹੈ ਜਿਹਨੂੰ ਗੁਰੂ ਦੀ ਮੱਤ ਆ ਗਈ। ਜਿਵੇਂ ਵੇਖੋ ਸੰਸਾਰ ਦੇ ਵਿੱਚ ਇੱਕ ਮਨੁੱਖ ਅਨਪੜ੍ਹ ਹੈ ਤੇ ਉਹਦਾ ਦੂਜਾ ਭਰਾ ਬਹੁਤ ਪੜ੍ਹਿਆ ਲਿਖਿਆ ਹੈ। ਉਹ ਪੜ੍ਹਿਆ ਲਿਖਿਆ ਕਿਤੇ ਅਫਸਰ ਲੱਗਾ ਹੈ, ਉਹਨੂੰ ਲੱਖਾਂ ਰੁਪਏ ਤਨਖਾਹ ਮਿਲ ਰਹੀ ਹੈ। ਪਰ ਜਿਹੜਾ ਅਨਪੜ੍ਹ ਰਹਿ ਗਿਆ ਭਾਵੇਂ ਸਕਾ ਭਰਾ ਹੈ ਉਸ ਨੂੰ ਉਹ ਦੌਲਤ ਨਹੀਂ ਮਿਲੇਗੀ। ਉਹ ਜਾ ਕੇ ਉੱਥੇ ਦਾਅਵਾ ਕਰੇ ਜਿਸ ਦਫ਼ਤਰ ਦੇ ਵਿੱਚ ਉਹਨੂੰ ਤਨਖਾਹ ਮਿਲਦੀ ਹੈ, ਜਿਸ ਬੈਂਕ ਦੇ ਵਿੱਚ ਉਹਨੂੰ ਤਨਖਾਹ ਮਿਲਦੀ, ਉਹ ਆਖੇ ਮੇਰਾ ਭਰਾ ਹੈ ਸਗਾ, ਉਹਨੂੰ ਤੁਸੀਂ ਇੰਨੇ ਲੱਖ ਤਨਖਾਹ ਦਿੰਦੇ ਹੋ, ਇੰਨਾ ਪੈਸਾ ਦਿੰਦੇ ਹੋ, ਮੈਨੂੰ ਵੀ ਦੇਵੋ। ਤੇ ਉਹ ਆਖਣਗੇ ਤੇਰੇ ਕੋਲ ਉਹ ਵਿਦਿਆ ਨਹੀਂ, ਤੂੰ ਉਹ ਡਿਗਰੀ ਨਹੀਂ ਲਈ ਜਿਸ ਕਰਕੇ ਤੈਨੂੰ ਇੱਕ ਪੈਸਾ ਵੀ ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਨਾਮ ਦੀ ਦੌਲਤ ਹਰ ਇੱਕ ਨੂੰ ਨਹੀਂ ਮਿਲਦੀ। ਜਿਹੜਾ ਗੁਰਮਤ ਦੀ ਪੜ੍ਹਾਈ ਕਰੇਗਾ, ਜਿਹੜਾ ਗੁਰੂ ਦੀ ਗੱਲ ਮੰਨੇਗਾ, ਉਹਨੂੰ ਫਿਰ ਨਾਮ ਦੀ ਦੌਲਤ ਮਿਲਦੀ ਹੈ। ਹਰ ਇੱਕ ਨੂੰ ਮਹਾਰਾਜ ਨਾਮ ਦੀ ਦੌਲਤ ਨਹੀਂ ਦਿੰਦੇ, ਭਾਵੇਂ ਦੁਨੀਆ ਕਿੰਨੀ ਵੀ ਕਹੀ ਜਾਵੇ ਆ ਕੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਪਰ ਜੇ ਆਪਾਂ ਗੁਰੂ ਦੀ ਗੱਲ ਨਹੀਂ ਮੰਨਦੇ, ਵਿਦਿਆ ਨਹੀਂ ਲੈ ਰਹੇ ਗੁਰੂ ਵਾਲੀ, ਗੁਰੂ ਦਾ ਹੁਕਮ ਨਹੀਂ ਮੰਨ ਰਹੇ, ਤੇ ਦੌਲਤ ਨਹੀਂ ਮਿਲੇਗੀ। ਸੁਣ ਸ਼ਾਸਤਰ ਤੂੰ ਨਾ ਬੁੱਝਈ ਤਾਂ ਵਿਰੇ ਬਾਰੋ ਵਾਰ। ਮਹਾਰਾਜ ਕਹਿੰਦੇ ਤੂੰ ਸ਼ਾਸਤਰਾਂ ਨੂੰ ਬੜਾ ਬੁੱਝਿਆ, ਪੜ੍ਹਿਆ, ਵਿਚਾਰਿਆ ਸ਼ਾਸਤਰਾਂ ਬਾਰੇ, ਧਾਰਮਿਕ ਗ੍ਰੰਥਾਂ ਬਾਰੇ, ਪਰ ਉਹਨਾਂ ਨੂੰ ਸਮਝਿਆ ਨਹੀਂ, ਆਪਣੇ ਜੀਵਨ ਵਿੱਚ ਨਹੀਂ ਧਾਰਨ ਕੀਤਾ। ਇਸੇ ਕਰਕੇ ਤੂੰ ਵਾਰ-ਵਾਰ ਭਟਕਦਾ ਹੈ, ਆਵਾਗਮਨ ਵਿੱਚ ਪਿਆ ਰਹਿੰਦਾ ਹੈ। ਸੋ ਮੂਰਖ ਜੋ ਆਪ ਨਾ ਪਛਾਣਈ, ਸੱਚ ਨਾ ਧਰੇ ਪਿਆਰ। ਉਸ ਬੰਦੇ ਨੂੰ ਮਹਾਰਾਜ ਮੂਰਖ ਕਹਿ ਰਹੇ ਨੇ ਜਿਹੜਾ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਵਾਹਿਗੁਰੂ ਦੇ ਨਾਮ ਵਿੱਚ ਪਿਆਰ ਨਹੀਂ ਧਰਦਾ। ਜਦੋਂ ਵੀ ਕਿਸੇ ਮਨੁੱਖ ਨੂੰ ਆਪਣੀ ਸਮਝ ਆਉਂਦੀ ਹੈ ਉਹ ਬੰਦਗੀ ਕਰਨ ਲੱਗ ਜਾਂਦਾ ਹੈ। ਹੁਣ ਤਾਂ ਆਪਾਂ ਦੂਸਰਿਆਂ ਵਾਸਤੇ ਜੀ ਰਹੇ ਹਾਂ, ਆਪਾਂ ਆਪਣੇ ਵਾਸਤੇ ਨਹੀਂ ਜੀ ਰਹੇ। ਜਦੋਂ ਮਨੁੱਖ ਨੂੰ ਆਪਣੇ ਆਪ ਦੀ ਸਮਝ ਆਉਂਦੀ ਹੈ ਤਾਂ ਫਿਰ ਇਹ ਆਪਣੇ ਆਪ ਦੀ ਖੋਜ ਕਰਨ ਲੱਗ ਜਾਂਦਾ ਹੈ। ਸੱਚੈ ਜਗਤ ਡੈਕਾਇਆ ਕਹਿਣਾ ਕਛੂ ਨਾ ਜਾਏ। ਜਿਹੜਾ ਗੁਰੂ ਦੀ ਮੱਤ ਤੋਂ ਵਿਹੂਣਾ ਜਿੰਨਾ ਵੀ ਜਗਤ ਹੈ, ਗੁਰੂ ਦੀ ਗੱਲ ਨਹੀਂ ਮੰਨਦੇ,
ਉਹਨਾਂ ਨੂੰ ਫਿਰ ਵਾਹਿਗੁਰੂ ਵੀ ਭਰਮਾ ਦਿੰਦਾ ਹੈ, ਹੋਰ ਖੁਆਰੀ ਵਾਲੇ ਰਸਤੇ ਪਾ ਦਿੰਦਾ ਵੀ ਭਟਕੀ ਜਾਓ, ਖੁਆਰ ਹੋਈ ਜਾਓ। ਫਿਰ ਜੇ ਤੁਸੀਂ ਗੁਰੂ ਦੀ ਗੱਲ ਨਹੀਂ ਮੰਨਣੀ, ਨਾਨਕ ਜੋ ਤਿਸ ਭਾਵੈ ਸੋ ਕਰੇ, ਜਿਉ ਤਿਸ ਕੀ ਰਜਾਏ। ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਉਹ ਫਿਰ ਸਮਝ ਜਾਂਦੇ ਨੇ ਵਾਹਿਗੁਰੂ ਪਰਮਾਤਮਾ ਸਾਰਾ ਕੁਝ ਕਰਤੇ, ਜੋ ਕੁਝ ਹੈ ਮਾਲਕ ਹੈ। ਨਾਨਕ ਜੋ ਤਿਸ ਭਾਵੈ ਸੋ ਕਰੇ, ਜਿਉ ਤਿਸ ਕੀ ਰਜਾਏ। ਮਨੁੱਖ ਦਾ ਆਪਣਾ ਜ਼ੋਰ ਕੁਝ ਵੀ ਨਹੀਂ ਚੱਲ ਸਕਦਾ। ਮਨੁੱਖ ਕਿੰਨੇ ਵੀ ਦਾਅਵੇ ਕਰੀ ਜਾਵੇ, ਜੋ ਕੁਝ ਵਾਹਿਗੁਰੂ ਨੂੰ ਭਾਉਂਦਾ ਹੈ ਉਹੀ ਕੁਝ ਹੁੰਦਾ ਹੈ, ਉਹੀ ਉਸ ਦੀ ਰਜਾ ਹੈ। ਜਿਵੇਂ ਉਸ ਦੀ ਰਜਾ ਉਸੇ ਤਰ੍ਹਾਂ ਸਾਰਾ ਕੁਝ ਹੁੰਦਾ ਹੈ। ਤੇ ਵਾਹਿਗੁਰੂ ਦੀ ਰਜਾ ਨੂੰ ਜਿਹੜਾ ਸਮਝ ਲੈਂਦਾ ਹੈ ਉਹ ਵਾਹਿਗੁਰੂ ਦੀ ਰਜਾ ਵਿੱਚ ਚੱਲਣ ਲੱਗ ਜਾਂਦਾ ਹੈ। ਬਸ ਇੱਥੇ ਹੀ ਉਸ ਨੂੰ ਸਾਰੀਆਂ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਨੇ। ਜਿਵੇਂ ਸਰਕਾਰ ਦੀ ਕੀ ਰਜਾ ਹੈ, ਸਰਕਾਰ ਦੀ ਰਜਾ ਵੀ ਬੱਚਾ ਪੜ੍ਹ ਲਿਖ ਜਾਵੇ, ਤੇ ਜਦੋਂ ਸਰਕਾਰ ਦੀ ਰਜਾ ਵਿੱਚ ਕੋਈ ਚੱਲਦਾ ਹੈ ਸਰਕਾਰ ਫਿਰ ਉਸ ਬੱਚੇ ਨੂੰ ਵੱਡੀ ਪਦਵੀ ਦੇ ਦਿੰਦੀ ਹੈ, ਮਰਾਤਬਾ ਦੇ ਦਿੰਦੀ ਹੈ। ਸਰਕਾਰ ਜੋ ਚਾਹਵੇ ਕਰ ਸਕਦੀ ਹੈ, ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਹੈ। ਜਿਹਨੂੰ ਸਮਝ ਆ ਗਈ ਸਰਕਾਰ ਦੇ ਕਾਨੂੰਨਾਂ ਦੀ, ਸਰਕਾਰ ਦੇ ਕਾਇਦੇ ਦੀ, ਉਹ ਪੜ੍ਹਦਾ ਹੈ, ਲਿਖਦਾ ਹੈ, ਵਿੱਦਿਆ ਪ੍ਰਾਪਤ ਕਰਦਾ ਹੈ, ਤੇ ਵਿੱਦਿਆ ਦੇ ਦੁਆਰਾ ਪੜ੍ਹ ਕੇ ਉਹ ਗਿਆਨ ਲੈ ਕੇ ਸਰਕਾਰ ਕੋਲੋਂ ਵੱਡਾ ਮਰਾਤਬਾ ਪ੍ਰਾਪਤ ਕਰ ਲੈਂਦਾ। ਇਸੇ ਤਰ੍ਹਾਂ ਵਾਹਿਗੁਰੂ ਸੱਚੀ ਸਰਕਾਰ ਹੈ। ਉਸ ਦੇ ਕਾਇਦੇ ਕਾਨੂੰਨ ਨੂੰ ਜਿਸ ਨੇ ਸਮਝ ਲਿਆ, ਮਹਾਰਾਜ ਕਹਿੰਦੇ ਨਾਮ ਜਪਿਆ, ਫਿਰ ਉਹਨੂੰ ਵਾਹਿਗੁਰੂ ਵੱਲੋਂ ਬਰਕਤਾਂ ਪ੍ਰਾਪਤ ਹੁੰਦੀਆਂ ਨੇ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਇਸ ਤੋਂ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਆਰੰਭਤਾ ਹੋ ਰਹੀ ਹੈ। ਸਾਹਿਬ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਕਿਰਪਾ ਬਖਸ਼ਿਸ਼ ਕਰਨਗੇ ਆਪਾਂ ਸ਼ਬਦ ਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕਰਾਂਗੇ। ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।